बाहरले मुल्कों तो कहना मोदी मोदी गोडी मुड़िया अब अपनी मन की बात है। कभी किसानों की बात सुनी है? किसानों के नाल बह जाते आ जाते अज तुहाडे दिल्ली की हिक ते बैठे आ। 70 साल के बजुर्गों को तुसीं डांगा विखाइयां मारियां उन्हां दी पगड़ियां लाइयां ओए कित्थे तक सही आ? ये तुसीं दसो, ये तुसीं ओही तुहानूं सिख साडे भरा साडे तुहानूं लंगर खवांदे आ जिन्हां नूं तुसीं मार रहे हो। किसी दी तुसीं अख फोड़ती, तुसीं देखो एक बजुर्ग की अख मार तोड़ती, एक नौजवान दी उंगलां तोड़तियां इन्हां ने। ते अज साडे माँ प्यो नूं कोई रोले ते असीं वो बर्दाश्त नहीं करना ते अज असीं उन्हां दी इज्जत की खातिर उत्थे जाना आ। चाहे असीं किसान है ते चाहे नहीं है, मगर असीं पंजाब दे पुत्त हां ते असीं ये मिट्टी दा ना नहीं बदनाम होना ना। वो चाहते सी कि शायद 2024 च मोदी सरकार फिर दोबारा आ जाए तो खट्टर साहब नूं शायद किते राजनाथ वांगू तो जां गृह मंत्री वांगू कोई ना कोई वड्डियां पोस्टां मिल जाए, जां डिफेंस मिनिस्टर बन जाए तो जां अपना गृह मंत्री बन जाए, कोई लै लीए। मगर इन्हां नूं ये नहीं पता कि जिहड़े पंजाबियां दे हौसले है ना, हौसले जो उन्हां दे अंदर एक जनून जागदा ना, जनून जो बंदा कोई जनून अपने दिमाग च धार लेना उन्होंने पूरा जरूर करदा जे। असी फैसला लिता अपने साथियों समेत ਜਿਹੜੇ भी साडे साथी आ कि जां मेरे रिश्तेदार आ जलंधर लुधियाने पटियाले ते ला लो कि हरियाणे च भी आ यूपी च भी आ। इन्हां मैं सारिਆਂ ਨੂੰ ਬੇਨਤੀਆਂ ਕੀਤੀਆਂ ਫੋਨਾਂ ਦੇ ਵਿੱਚ कि जे ਤੁਹਾਡੇ ਕੋਲੋਂ किसान ਲੰਘਦੇ ਆ ਜਾਂ ਤੁਸੀਂ ਦੇਖਦੇ ਹੋ ਕਿਸਾਨਾਂ ਦੀ ਟਰਾਲੀਆਂ ਦੇਖਦੇ ਹੋ ਤੇ ਤੁਹਾਡਾ ਫਰਜ਼ ਬਣਦਾ ਆ ਇਹਨਾਂ ਦੀ ਸੇਵਾ ਕਰਨੀ। ਚਾਹੇ ਭਾਵੇਂ ਤੁਸੀਂ ਚਾਹ ਦਾ ਲੰਗਰ ਛਕਾਓ ਤੇ ਭਾਵੇਂ ਪ੍ਰਸ਼ਾਦੇ ਛਕਾਓ ਤੇ ਜੋ ਤੁਸੀਂ ਕਰ ਸਕਦੇ ਹੋ ਫਲ ਫਰੂਟ ਕਰ ਸਕਦੇ ਹੋ ਤੁਸੀਂ ਕਰੋ। ਇਹਨਾਂ ਦਾ ਜਿਹੜਾ ਅੱਜ ਸਾਥ ਦੇਣਾ ਸਮਝ ਲਓ कि ਅਸੀਂ ਉਸ परमात्मा की भगती कर रहे हैं कि ਜਿਹੜੇ ਸਾਡੇ किसान अन्नदाता जिन्हों ने ਸਾਨੂੰ राशन खवाया, जिन्होंने ਸਾਨੂੰ ਵੱਡੇ ਕੀਤਾ, जिन्हों ने ਸਾਨੂੰ इस लेवल ਤੇ पहुँचाया ਤੇ ਅੱਜ ਉਹਨਾਂ ਦਾ ਆਪਾਂ ਸਾਥ ਦੇਣ ਵਾਸਤੇ ਪਿੱਛੇ ਨਾ ਹਟੀਏ। ਚਾਹੇ ਜਿੰਨੀ ਵੀ ਮਦਦ ਹੋ ਸਕੇ ਅਸੀਂ ਇਹਨਾਂ ਦੀ ਕਰੀਏ, ਚਾਹੇ ਚੱਲ ਕੇ ਕਰੀਏ ਤੇ ਚਾਹੇ ਸੋਸ਼ਲ ਮੀਡੀਆ ਤੇ ਕਰੀਏ ਤੇ ਚਾਹੇ ਕਿਸੇ ਨੂੰ ਅੱਗੋਂ ਕਹੀਏ, ਕੋਈ ਵੀ ਕੰਮ ਕਰ ਲਈਏ ਤੇ ਕਿਸਾਨਾਂ ਦਾ ਸਾਥ ਹੀ ਹੋਏਗਾ। ਤੇ ਮੈਂ ਫੈਸਲਾ ਲਿੱਤਾ ਆ ਕਿ ਮੈਂ ਆਪਣੀ ਗੱਡੀ ਦੇ ਵਿੱਚ ਜਿੰਨੇ ਵੀ ਮੇਰੇ ਬੰਦੇ ਬੈਠਣਗੇ ਉਹਨਾਂ ਨੂੰ ਨਾਲ ਲੈ ਕੇ ਜਾਊਂਗਾ ਅਤੇ ਜਿਹੜੇ ਮੇਰੇ ਸਾਥੀ ਆ ਉਹਨਾਂ ਦੀਆਂ ਵੀ ਗੱਡੀਆਂ ਉਹਨਾਂ ਨੂੰ ਵੀ ਕਹੂੰਗਾ ਕਿ ਤੁਸੀਂ ਵੀ ਆਪਣੇ ਆਪਣੇ ਬੰਦੇ ਲੈ ਕੇ ਜੇ ਤੁਸੀਂ ਵਾਕਈ ਕਿਸਾਨਾਂ ਦੇ ਭਲਾ ਕਰਨ ਵਾਸਤੇ ਜਾ ਸਕਦੇ ਹੋ ਤੇ ਮੇਰੇ ਨਾਲ ਚੱਲੋ। ਮੇਰੇ ਅੱਗੇ ਤੁਹਾਡੇ ਅੱਗੇ ਕੋਈ ਐਸਾ ਮੇਰਾ ਜ਼ੋਰ ਨਹੀਂ ਆ। ਜੇ ਤੁਹਾਡਾ ਮਨ ਆ ਕਿ ਸੱਚੇ ਦਿਲ ਨਾਲ ਤੁਸੀਂ ਪੰਜਾਬ ਦੇ ਪੁੱਤ ਹੋ ਤੇ ਅੱਜ ਸਾਡੇ ਮਾਂ ਪਿਓ ਨੂੰ ਕੋਈ ਰੋਲੇ ਤੇ ਅਸੀਂ ਉਹ ਬਰਦਾਸ਼ਤ ਨਹੀਂ ਕਰਨਾ ਤੇ ਅੱਜ ਅਸੀਂ ਉਹਨਾਂ ਦੀ ਇੱਜ਼ਤ ਦੀ ਖਾतिर ਉੱਥੇ ਜਾਣਾ ਆ। ਗੱਲ ਕਰੀਏ ਜੀ ਤੁਸੀਂ ਪੰਜਾਬ ਦੇ ਪੁੱਤਰ ਬਣ ਕੇ ਜਾ ਰਹੇ ਹੋ ਕਿ ਕਾਂਗਰਸੀ ਆਗੂ ਬਣ ਕੇ ਜਾ ਰਹੇ ਤੁਸੀਂ? ਦੇਖੋ ਜੀ ਅਸੀਂ ਇਹ ਪੰਜਾਬ ਦੀ ਧਰਤੀ ਨੂੰ ਬੜਾ ਪਿਆਰ ਕਰਦੇ ਆ। ਜਿਸ ਧਰਤੀ ਨੇ ਸਾਨੂੰ ਇਹ ਮਿੱਟੀ ਦਿੱਤੀ ਆ, ਆਹ ਦੇਖੋ, ਤੇ ਆਹ ਮਿੱਟੀ ਨੂੰ ਅਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਆ। ਇਹ ਮਿੱਟੀ ਦੇ ਵਿੱਚ ਸਾਨੂੰ ਕਣਕ ਮਿਲਦੀ ਆ, ਸਾਨੂੰ ਚੌਲ ਮਿਲਦੇ ਆ, ਸਾਨੂੰ ਦਾਲਾਂ ਮਿਲਦੀਆਂ ਤੇ ਉਹਨਾਂ ਨੂੰ ਖਾ ਖਾ ਕੇ ਅੱਜ ਐਡੇ ਵੱਡੇ ਹੋਏ ਆ ਤੇ ਸਾਡੇ ਦਾਦੇ ਪਰਦਾਦਿਆਂ ਨੇ ਵੀ ਇਹੀ ਚੀਜ਼ਾਂ ਖਾਧੀਆਂ ਤੇ ਅੱਜ ਸਾਡੀ ਮਾਂ ਦੇ ਉੱਤੇ ਕੋਈ ਇੱਜ਼ਤ ਨੂੰ ਨੋਲੇ ਤੇ ਸਾਨੂੰ ਬਰਦਾਸ਼ਤ ਨਹੀਂ ਹੋਣਾ। ਚਾਹੇ ਅਸੀਂ ਕਿਸਾਨ ਹੈ ਤੇ ਚਾਹੇ ਨਹੀਂ ਹੈ, ਮਗਰ ਅਸੀਂ ਪੰਜਾਬ ਦੇ ਪੁੱਤ ਆ ਤੇ ਅਸੀਂ ਇਹ ਮਿੱਟੀ ਦਾ ਨਾ ਨਹੀਂ ਬਦਨਾਮ ਹੋਣਾ। ਤੇ ਜਿਹੜਾ ਸਾਡਾ ਕਿਸਾਨ ਆ ਉਹ ਸਾਡਾ ਅੰਨਦਾਤਾ ਆ, ਜਿਹੜਾ ਇਹਨੂੰ ਉਗਾਉਂਦਾ ਆ ਇੰਨੀ ਧੁੱਪ ਸਰਦੀ ਸ਼ਾਮ ਦੇ ਵਿੱਚ ਇਹਨੂੰ ਚੁਕਾਉਂਦਾ, ਇਹਦੀ ਸੇਵਾ ਕਰਦਾ, ਇੱਜ਼ਤ ਕਰਦਾ ਤੇ ਫਿਰ ਕਿਤੇ ਉਹ ਕਣਕ ਉਗਦੀ ਆ ਤੇ ਫਿਰ ਉਹਨੂੰ ਪੀਸੀ ਜਾਂਦੀ ਤੇ ਫਿਰ ਸਾਡੇ ਕੋਲ ਆਉਂਦੀ ਘਰਾਂ ਦੇ ਵਿੱਚ ਤੇ ਫਿਰ ਉਹਨੂੰ ਅਸੀਂ ਖਾਂਦੇ ਆ। ਤੇ ਇਨਸਾਨ ਦਾ ਜਿਹੜਾ ਰੂਪ ਮਿਲਿਆ ਨਾ ਪਰਮਾਤਮਾ ਨੇ ਸਭ ਤੋਂ ਵਧੀਆ ਦੇਣ ਦਿੱਤੀ ਆ। ਜਾਨਵਰ ਤੇ ਤੁਹਾਨੂੰ ਪਤਾ ਘਾਹ ਬੂਟੇ ਖਾ ਸਕਦਾ, ਕੁਝ ਇਨਸਾਨ ਕਦੀ ਵੱਖਰੀ ਤਰ੍ਹਾਂ ਦੀ ਕੋਈ ਵੀ ਚੀਜ਼ ਖਾ ਸਕਦਾ ਹੈ। ਤੇ ਇਸ ਕਰਕੇ ਇਸ ਮਿੱਟੀ ਦੇ ਪਿਆਰ ਕਰਦੇ ਹੋਏ ਅਸੀਂ ਤੁਹਾਨੂੰ ਦੱਸਤਾ ਕਿ ਅਸੀਂ ਆਹ ਫੈਸਲਾ ਲਿੱਤਾ ਕਿ ਇਹ ਟਿੱਕਾ ਵੀ ਲਾ ਰਹੇ ਹਾਂ ਕਿ ਅਸੀਂ ਇਹ ਮਿੱਟੀ ਦੀ ਖਾतिर ਆਪਾਂ ਪੰਜਾਬ ਦੇ ਪੁੱਤ ਬਣ ਕੇ ਅਸੀਂ ਪੰਜਾਬੀਆਂ ਦੀ ਹਿਫਾਜ਼ਤ ਕਰਨ ਵਾਸਤੇ ਅਸੀਂ ਕਿਸਾਨਾਂ ਦੇ ਧਰਨਿਆਂ 'ਤੇ ਜ਼ਰੂਰ ਜਾਵਾਂਗੇ। ਗੱਲ ਕਰੀਏ ਜੀ ਜਿੱਥੇ ਕਿ ਕਿਸਾਨ ਜਿਹੜੇ ਵੱਡੀ ਤਾਦਾਦ ਵਿੱਚ ਦਿੱਲੀ ਜਾਣ ਦੀ ਤਿਆਰੀ ਕਰ ਰਹੇ ਸੀ, ਪਰ ਰਸਤੇ 'ਚ ਕਹਿ ਸਕਦੇ ਵੀ ਹਰਿਆਣਾ ਸਰਕਾਰ ਆ ਉਹਨੇ ਇੰਨੀਆਂ ਅੜਚਣਾਂ ਆਈਆਂ, ਇੰਨੀਆਂ ਮੁਸ਼ਕਲਾਂ ਆਈਆਂ ਵੀ ਕਿਸਾਨਾਂ ਨੂੰ ਵੱਡੇ ਵੱਡੇ ਟੋਏ ਪੁੱਟ ਦਿੱਤੇ ਗਏ, ਉੱਥੇ ਵੱਡੇ ਵੱਡੇ ਪੱਥਰ ਲਗਾ ਦਿੱਤੇ ਗਏ। ਪਰ ਫਿਰ ਵੀ ਕਹਿ ਸਕਦੇ ਪੰਜਾਬੀ ਜਿਹੜੇ ਨੌਜਵਾਨ ਨੇ ਸਾਡੇ ਜਿਹੜੇ ਨੇ ਜਿਨ੍ਹਾਂ ਨੂੰ ਛੇੜੀ ਕਿਹਾ ਜਾਂਦਾ ਸੀ, ਅੱਜ ਜਿਹੜੇ ਨੇ ਉਹਨਾਂ ਨੇ ਦਿੱਲੀ ਤੱਕ ਪਹੁੰਚ ਕਰ ਲਈ ਆ। ਹਰਿਆਣਾ ਸਰਕਾਰ ਨੇ ਕਿਉਂ ਅਜਿਹੀਆਂ ਮੁਸ਼ਕਲਾਂ ਡਾਈਆਂ, ਕੀ ਕਾਰਨ ਸੀ ਉਹਨਾਂ ਦਾ?
ਜਿਹੜੀ ਹਰਿਆਣਾ ਸਰਕਾਰ ਸੀ ਨਾ, ਉਹ ਚਮਚਾਗਿਰੀ ਦੀਆਂ ਸਭ ਤੋਂ ਵੱਡੀਆਂ ਹੱਦਾਂ ਜਿਹੜੀਆਂ ਪਾਰ ਕਰ ਲੀਆਂ ਖੱਟਰ ਸਾਹਿਬ ਨੇ। ਉਹ ਚਾਹੁੰਦੇ ਸੀ ਕਿ ਸ਼ਾਇਦ 2024 ਚ ਮੋਦੀ ਸਰਕਾਰ ਫੇਰ ਦੁਬਾਰਾ ਆ ਜਾਏ ਤੇ ਖੱਟਰ ਸਾਹਿਬ ਨੂੰ ਸ਼ਾਇਦ ਕਿਤੇ ਰਾਜਨਾਥ ਵਾਂਗੂ ਤਾਂ ਜਾਂ ਗ੍ਰਹਿ ਮੰਤਰੀ ਵਾਂਗੂ ਕੋਈ ਨਾ ਕੋਈ ਵੱਡੀਆਂ ਪੋਸਟਾਂ ਮਿਲ ਜਾਵੇ, ਜਾਂ ਡਿਫੈਂਸ ਮਿਨਿਸਟਰ ਬਣ ਜਾਣ ਤਾਂ ਜਾਂ ਆਪਣਾ ਗ੍ਰਹਿ ਮੰਤਰੀ ਬਣ ਜਾਣ, ਜਾਂ ਕੋਈ ਲੈ ਲਈਏ। ਮਗਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੇ ਪੰਜਾਬੀਆਂ ਦੇ ਹੌਸਲੇ ਆ ਨਾ, ਹੌਸਲੇ, ਤੇ ਜਦੋਂ ਉਹਨਾਂ ਦੇ ਅੰਦਰ ਇੱਕ ਜਨੂਨ ਜਾਗਦਾ ਨਾ, ਜਨੂਨ, ਜਦੋਂ ਬੰਦਾ ਕੋਈ ਜਨੂਨ ਆਪਣੇ ਦਿਮਾਗ 'ਚ ਧਾਰ ਲੈਣਾ, ਉਹਨੂੰ ਪੂਰਾ ਜ਼ਰੂਰ ਕਰਦਾ ਜੇ। ਇਹ ਤੁਹਾਨੂੰ ਮੈਂ ਦੱਸ ਦੇਵਾਂ, ਇਹਨਾਂ ਨੇ ਸਾਡੇ ਪੰਜਾਬੀਆਂ ਨੂੰ ਰੋਕਣ ਵਾਸਤੇ ਰਸਤਿਆਂ ਦੇ ਵਿੱਚ ਬਾਰਡਰ ਲਾਏ, ਬਾਰਡਰ ਲਾ ਕੇ ਬੈਰੀਅਰ ਲਾਏ, ਪੂਰੀ ਫੋਰਸ ਲਾਤੀ, ਪੂਰੀ ਪੁਲਿਸ ਲਾਤੀ ਇਹਨਾਂ ਨੂੰ ਰੋਕਣ ਵਾਸਤੇ। ਠੰਡੇ ਪਾਣੀ ਦੀਆਂ ਬਸਾਰਾਂ ਕੀਤੀਆਂ, ਠੰਡ ਦੇ ਵਿੱਚ ਜਿੱਥੇ ਪਾਣੀ ਦੇ ਵਿੱਚ ਆਪਾਂ ਠੰਡੇ ਪਾਣੀ ਨੂੰ ਹੱਥ ਨਹੀਂ ਲਾ ਸਕਦੇ, ਉਹ ਪਾਣੀ ਦੀਆਂ ਸਾਡੇ ਬਜ਼ੁਰਗਾਂ 'ਤੇ ਬਸਾਰਾਂ ਕੀਤੀਆਂ। ਉਹ ਦਿਲ ਨੂੰ ਕਿੱਦਾਂ ਬਰਦਾਸ਼ਤ ਹੋਏਗਾ ਠੰਡੇ ਪਾਣੀ? ਜੇ ਸਾਡਾ ਕੋਈ ਕਿਸਾਨ ਭਰਾ ਬਜ਼ੁਰਗ ਨੂੰ ਕੁਝ ਹੋ ਜਾਂਦਾ ਤੇ ਉਹਦੀ ਜ਼ਿੰਮੇਵਾਰੀ ਇਹ ਖੱਟਰ ਸਰਕਾਰ 'ਤੇ ਪੈਣੀ ਸੀ, ਜਿਹੜੇ ਇਹਨੇ ਗਲਤ ਕਦਮ ਚੱਕੇ। ਇਤਿਹਾਸ ਦੇ ਵਿੱਚ ਇਹਦਾ ਨਾਂ ਦਰਜ ਹੋਣਾ ਜਾਣਾ ਕਿ ਜਿਹੜਾ ਕਾਲੇ ਅੱਖਰਾਂ ਦੇ ਵਿੱਚ ਜਿਹੜਾ ਇਹਨੇ ਕੰਮ ਖੱਟਰ ਸਰਕਾਰ ਨੇ ਕੀਤਾ ਆ। ਇਹ ਚਾਹੇ ਸੀਐਮ ਹੈ ਖੱਟਰ ਸਰਕਾਰ, ਤੇ ਅਸੀਂ ਇੱਕ ਆਮ ਬੰਦੇ ਪੰਜਾਬ ਦੇ ਪੁੱਤਰ ਆ, ਤੇ ਤੈਨੂੰ ਦੱਸ ਰਹੇ ਆ ਕਿ ਤੂੰ ਗਲਤ ਕੀਤਾ ਆ, ਤੇ ਜਾ ਕੇ ਪੂਰਾ ਵਰਲਡ ਤੈਨੂੰ ਗਲਤ ਕਹਿ ਰਿਹਾ ਕਿ ਤੂੰ ਚੰਗਾ ਨਹੀਂ ਕੀਤਾ। ਚਾਹੇ ਤੇਰਾ ਮੋਦੀ ਵੀ ਤੈਨੂੰ ਆਰਡਰ ਦੇ ਦਿੰਦਾ, ਮਗਰ ਤੈਨੂੰ ਇਹ ਗਲਤ ਨਹੀਂ ਕਰਨਾ ਚਾਹੀਦਾ ਸੀ। ਤੇ ਜਿਹੜੀਆਂ ਉੱਥੇ ਦੀਆਂ ਮੈਂ ਪੁਲਿਸ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਵੀ, ਸਾਡੇ ਵੀ ਪੰਜਾਬੀ ਉਹ 'ਚ ਹੈਗੇ ਆ, ਕੁਛ ਹੈਗੇ ਆ, ਉਹਨਾਂ ਦਾ ਵੀ ਫਰਜ਼ ਬਣਦਾ ਸੀ ਕਿ ਜਿਹੜੇ ਤੁਸੀਂ ਇਹ ਕੰਮ ਕੀਤੇ ਆ, 70 ਸਾਲ ਦੇ ਬਜ਼ੁਰਗਾਂ ਨੂੰ ਤੁਸੀਂ ਡਾਂਗਾ ਵਿਖਾਈਆਂ, ਮਾਰੀਆਂ, ਉਹਨਾਂ ਦੀਆਂ ਪਗੜੀਆਂ ਲਾਈਆਂ, ਉਹ ਇਹ ਕਿੱਥੇ ਤੱਕ ਸਹੀ ਆ? ਇਹ ਤੁਸੀਂ ਦੱਸੋ। ਇਹ ਤੁਸੀਂ ਉਹੀ ਤੁਹਾਨੂੰ ਸਿੱਖ ਸਾਡੇ ਭਰਾ ਸਾਡੇ ਤੁਹਾਨੂੰ ਲੰਗਰ ਖਵਾਉਂਦੇ ਆ, ਜਿਨ੍ਹਾਂ ਨੂੰ ਤੁਸੀਂ ਮਾਰ ਰਹੇ ਹੋ। ਕਿਸੇ ਦੀ ਤੁਸੀਂ ਅੱਖ ਫੋੜਤੀ, ਤੁਸੀਂ ਦੇਖੋ ਇੱਕ ਬਜ਼ੁਰਗ ਦੀ ਅੱਖ ਮਾਰ ਤੋੜਤੀ, ਇੱਕ ਨੌਜਵਾਨ ਦੀਆਂ ਉਂਗਲਾਂ ਤੋੜਤੀਆਂ ਇਹਨਾਂ ਨੇ, ਇੱਕ ਦਾ ਸਿਰ ਫਾੜ ਗਿਆ। ਉਹ ਫਿਰ ਵੀ ਉੱਥੇ ਦਿੱਲੀ ਪਹੁੰਚ ਕੇ ਦਿਖਾਇਆ ਉਹਨੇ, ਤੇ ਉਹ ਕਹਿੰਦਾ ਕਿ ਨਹੀਂ, ਜਾਂ ਤਾਂ ਜਿੱਤ ਹੋਏਗੀ ਤੇ ਜਾਂ ਤਾਂ ਇੱਥੇ ਬੈਠੇ ਹੋਣਗੇ। ਤੇ ਇਸ ਕਰਕੇ ਸੰਘਰਸ਼ ਪੂਰਾ ਕੀਤਾ ਆ। 2 ਮਹੀਨੇ ਉਹਨੇ ਪੰਜਾਬ 'ਚ ਲਾਏ ਸੀ। ਅਗਰ ਉਹਦਾ ਹੱਲ ਨਹੀਂ ਨਿਕਲਿਆ, ਅਗਰ ਇਹ ਸੈਂਟਰ ਸਰਕਾਰ ਮੰਨ ਲੈਂਦੀ ਤੇ ਸ਼ਾਇਦ ਸਾਡੇ ਕਿਸਾਨ ਭਰਾ ਦਿੱਲੀ ਵਾਲੇ ਕੂਚ ਨਾ ਕਰਦੇ। ਮਗਰ ਜਿਹੜਾ ਹੰਕਾਰੀ ਰਾਜਾ ਉਹ ਦਿੱਲੀ ਦੇ ਸਿਆਸਨ 'ਤੇ ਬੈਠਾ ਆ। ਕਹਿੰਦੇ ਆ ਕਿ ਜਿਸ ਰਾਜੇ ਦੀ ਪ੍ਰਜਾ ਦੁਖੀ ਹੋਵੇ ਤੇ ਰਾਜਾ ਦੁਖੀ ਹੁੰਦਾ ਆ। ਜਿਸ ਰਾਜੇ ਦੀ ਪ੍ਰਜਾ ਦੁਖੀ ਹੋਵੇ ਤੇ ਰਾਜਾ ਦੁਖੀ ਹੁੰਦਾ ਆ। ਉਹ ਇਹਨੂੰ ਪ੍ਰਜਾ ਨਾਲ ਕੋਈ ਲੈਣਾ ਦੇਣਾ ਨਹੀਂ ਆ। ਇਹ ਸਿਰਫ ਰਾਜਾ ਸੁਖੀ ਹੋਵੇ ਤੇ ਪ੍ਰਜਾ ਭਾਵੇਂ ਦੁਖੀ ਹੋਵੇ। ਇਹਨੂੰ ਇਹ ਚਾਹੀਦਾ ਅਡਾਨੀ ਅੰਬਾਨੀ ਖੁਸ਼ ਰਹਿਣੇ ਚਾਹੀਦੇ ਮੇਰੇ, ਉਹ ਨਾ ਮੇਰੇ ਕੋਲ ਟੁੱਟਣ, ਕਿਉਂਕਿ ਸਾਰਾ ਪੈਸਾ ਇਲੈਕਸ਼ਨਾਂ 'ਤੇ ਕਾਰੋਬਾਰਾਂ 'ਤੇ ਉਹਨੇ ਲਾਣਾ। ਉਹ ਨਾ ਤੇ ਤੇਰਾ ਕੋਈ ਪੁੱਤਰ ਆ, ਨਾ ਤੂੰ ਆਪਣੀ ਬੀਬੀ ਵੋਟੀ ਕੋ ਗਿਆ, ਨਾ ਤੂੰ ਆਪਣੇ ਘਰ-ਬਾਰ ਸਾਂਭਣਿਆ, ਤੇ ਤੂੰ ਕੀ ਕਰਨਾ ਪੈਸਾ? ਤੂੰ ਦੇਸ਼ ਦਾ ਸੋਚ, ਤੂੰ ਆਪਣੇ ਦੇਸ਼ ਦੇ ਲੋਕਾਂ ਦਾ ਸੋਚ। ਉਹ ਜਿਹੜੇ ਲੋਕ ਲੱਖਾਂ ਦੀ ਤਾਦਾਦ ਤੇਰੇ ਕੋਲ ਆ ਕੇ ਬਹਿ ਗਏ ਆ, ਉਹ ਤੇਰਾ ਇੰਪ੍ਰੈਸ਼ਨ ਕੀ ਪੈਂਦਾ ਹੋਏਗਾ ਬਾਹਰਲੇ ਮੁਲਕਾਂ ਦੇ ਵਿੱਚ? ਬਾਹਰਲੇ ਮੁਲਕਾਂ 'ਚ ਤੂੰ ਕਹਿੰਦਾ ਮੋਦੀ ਗੋਡੀ ਮੁੰਡਿਆ ਆਪਣੀ ਮਨ ਕੀ ਬਾਤ ਹੈ। ਕਦੀ ਕਿਸਾਨਾਂ ਦੀ ਬਾਤ ਸੁਣੀ ਹੈ? ਕਿਸਾਨਾਂ ਦੇ ਨਾਲ ਬਹਿ ਜਾਂਦੇ, ਆ ਜਾਂਦੇ। ਅੱਜ ਤੁਹਾਡੇ ਦਿੱਲੀ ਦੀ ਹਿੱਕ 'ਤੇ ਬੈਠੇ ਆ, ਉੱਥੇ ਬਹਿੰਦੇ, ਉਹ ਕਹਿੰਦੇ ਕਿ ਭਾ ਤੁਹਾਨੂੰ ਜੇ ਆ ਪਸੰਦ ਨਹੀਂ ਆ ਤੇ ਅਸੀਂ ਰੱਦ ਕਰ ਦਿੰਦੇ ਆ। ਤੁਸੀਂ ਹੰਕਾਰ 'ਚ ਬੈਠੇ ਹੋ, ਆਪਣੇ ਹੰਕਾਰ ਖਤਮ ਕਰਨੇ ਪੈਣੇ ਆ। ਜਿੰਨਾ ਤੱਕ ਇਹ ਹੰਕਾਰ ਖਤਮ ਨਹੀਂ ਹੋਏਗਾ, ਉਦੋਂ ਤੱਕ ਸਾਡੇ ਕਿਸਾਨ ਉੱਠ ਕੇ ਨਹੀਂ ਆਉਣਗੇ। ਉਹ ਵੀ ਜਨੂਨੀ ਆ, ਜਜ਼ਬਾਤੀ ਆ, ਉਹ ਬੈਠੇ ਰਹਿਣਗੇ। ਇਹਨਾਂ ਨੂੰ ਸਬਕ ਸਿਖਾ ਕੇ ਆਉਣਗੇ। ਅੱਜ ਉਹਨਾਂ ਨੇ ਦਿੱਲੀ ਦੇ ਸਾਰੇ ਬਾਰਡਰ ਸੀਲ ਕਰਤੇ ਆ। ਇਹ ਉਹਨਾਂ ਨੂੰ ਚਾਹੁੰਦੇ ਸੀ ਇੱਕ ਨਿਰੰਕਾਰੀ ਭਵਨ ਵਾਲੀ ਕੋਈ ਖਾਲੀ ਗਰਾਊਂਡ ਆ, ਉਹ 'ਚ ਭੇਜ ਦਈਏ ਤੇ ਜਿੱਥੇ ਇਹਨਾਂ ਨੂੰ ਸੀਲ ਕੀਤਾ ਜਾਵੇ। ਮਗਰ ਸਾਡੇ ਜਿਹੜੇ ਕਿਸਾਨਾਂ ਭਰਾਵਾਂ ਨੇ ਕਿਹਾ ਕਿ ਨਹੀਂ ਜੀ, ਅਸੀਂ ਉੱਥੇ ਹੀ ਬਹਿਣਾ, ਜਿੱਥੇ ਗੱਲ ਕਰਨੀ ਤੇ ਇੱਥੇ ਹੀ ਕਰਾਂਗੇ। ਤੇ ਜੇ ਅਗਰ ਮੋਦੀ ਸਾਹਿਬ ਨੇ ਵਾਕਈ ਗੱਲ ਕਰਨੀ ਹੋਵੇ, ਗ੍ਰਹਿ ਮੰਤਰੀ ਸਾਹਿਬ ਨੇ ਵਾਕਈ ਗੱਲ ਕਰਨੀ ਹੋਵੇ, ਤੇ ਉੱਥੇ ਜਾ ਕੇ ਵੀ ਗੱਲ ਹੁੰਦੀ ਆ। ਉੱਥੇ ਜਾ ਕੇ ਗੱਲ ਕਰੋ। ਰਾਤੋਂ ਰਾਤ ਤੁਸੀਂ ਨੋਟਬੰਦੀ ਕਰ ਸਕਦੇ ਹੋ, ਰਾਤੋਂ ਰਾਤ ਤੁਸੀਂ GST ਆ ਸਕਦੇ ਹੋ, ਰਾਤੋਂ ਰਾਤ ਤੁਸੀਂ ਇਹ ਜਿਹੜੇ ਬਿੱਲ ਪਾਸ ਕਰਵਾ ਸਕਦੇ ਹੋ ਆਪਣੇ ਮੈਜੋਰਟੀ ਦੇ ਨਾਲ, ਤੇ ਤੁਸੀਂ ਰੱਦ ਵੀ ਤਾਂ ਕਰ ਸਕਦੇ ਹੋ ਨਾ। ਰੱਦ ਕਰਨ ਦਾ ਹੱਕ ਨਹੀਂਗਾ। ਲਿਆਓ ਰਾਸ਼ਟਰਪਤੀ ਜੀ ਨੂੰ ਉੱਥੇ, ਆਪ ਵੀ ਆਓ, ਮੋਦੀ ਸਾਹਿਬ ਤੁਸੀਂ ਵੀ, ਤਾਂ ਸਾਰੇ ਬੁਲਾਓ ਆਪਣੇ ਮੈਜੋਰਟੀ ਵਾਲੇ MP, ਉਸੇ ਟਾਈਮ ਰਸਤੇ ਰੱਦ ਕਰੋ। ਉੱਥੇ ਇੱਕ ਮੀਟਿੰਗ ਬੁਲਾਓ, ਫਟਾਫਟ ਇੱਕੋ ਦਿਨ 'ਚ ਰੱਦ ਕਰੋ ਤੇ ਕਿਸਾਨਾਂ ਨੂੰ ਖੁਸ਼ ਕਰੋ। ਤੁਸੀਂ ਹਰਿਆਣੇ ਦੇ ਵਿੱਚ ਜਿਹੜੇ ਕੰਮ ਕਰਤੇ ਆ, ਪੁੱਟ ਦਿੱਤੇ ਆ, ਜ਼ਮੀਨਾਂ ਪੁੱਟ ਦਿੱਤੀਆਂ, ਪੱਥਰ ਲਾਤੇ, ਰੋਕ ਸਕੇ ਪੰਜਾਬੀਆਂ ਨੂੰ? ਤੇ ਤੁਸੀਂ ਦਿੱਲੀ ਦੇ ਵਿੱਚ ਪੂਰੀ ਮਿਲਟਰੀ ਫੋਰਸ ਲਾਤੀ ਆ, ਪੂਰਾ ਕੁਝ ਲਾਤਾ। ਇਹ ਤੁਸੀਂ ਮਿਲਟਰੀ ਫੋਰਸ ਸ਼ੁਕਰ ਕਰੋ ਕਿ ਤੁਹਾਨੂੰ ਬਚਾ ਰਹੀ ਆ, ਤੁਹਾਡੀ ਸਰਕਾਰ ਨੂੰ ਬਚਾ ਰਹੀ ਆ। ਤੇ ਤੁਸੀਂ ਜਿਹੜਾ ਪੰਜਾਬੀਆਂ ਨਾਲ ਹਾਲ ਕੀਤਾ ਨਾ, ਉਹ ਸ਼ਾਂਤੀਪੂਰਵਕ ਅਰਮਾਨ ਨਾਲ ਬੈਠੇ ਪਏ ਆ। ਉਹਨਾਂ ਨੇ ਕੋਈ ਐਸੀ ਘਟਨਾ ਨਹੀਂ ਕੀਤੀ।
ਅਸੀਂ ਕਾਬਿਲੇ ਤਾਰੀਫ ਤੇ ਦਿਲੋਂ ਤਾਰੀਫ ਕਰਦੇ ਹਾਂ ਪੰਜਾਬੀਆਂ ਦੀ, ਜਿਨ੍ਹਾਂ ਨੇ ਕੁਛ ਵੀ ਨਹੀਂ ਕੀਤਾ, ਅਰਮਾਨ ਦੇ ਨਾਲ ਆਪਣੇ ਧਰਨੇ ਤੇ ਜਾ ਕੇ ਬੈਠੇ ਆ। ਨਾ ਕਿ ਕੋਈ ਆਪਣੀ ਸਰਕਾਰੀ ਚੀਜ਼ ਨੂੰ ਤੋੜ-ਫੋੜ ਕੀਤੀ ਆ, ਨਾ ਕੁਛ ਕੀਤਾ। ਸਾਡੇ ਨੌਜਵਾਨ ਵੀ ਗਏ ਆ, ਮਗਰ ਇਹਨਾਂ ਨੂੰ ਨਹੀਂ ਇਹ ਸਬਕ ਆ ਮਿਲ ਰਿਹਾ। ਇਹ ਮੋਦੀ ਸਰਕਾਰ ਨੂੰ ਸਬਕ ਨਹੀਂ ਮਿਲ ਰਿਹਾ। ਇਹਨਾਂ ਦੇ ਵੱਡੇ ਵੱਡੇ ਲੀਡਰ ਬਸ ਬਿੱਲ ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ, ਤੇ ਬੈਠੋ ਸਮਝਾਓ ਉਹਨਾਂ ਨੂੰ। ਉਹ ਦਿੱਲੀ 'ਚ ਬੈਠੇ ਆ, ਹੁਣ ਤਾਂ ਤੁਹਾਡੀ ਦਿੱਲੀ ਵੀ ਲੱਗ ਅੱਗੇ, ਤੇ ਤੁਹਾਨੂੰ ਪੰਜਾਬ ਦੂਰ ਪੈਣਾ ਸੀ ਨਾ। ਉਹ 20 ਕਿਲੋਮੀਟਰ ਦੇ ਏਰੀਆ, 10 ਕਿਲੋਮੀਟਰ ਦੇ ਏਰੀਆ 'ਚ ਸਾਰੇ ਬਾਰਡਰਾਂ 'ਚ ਬੈਠੇ ਆ। ਇਹ ਸਾਰੇ ਐਮਪੀ ਉੱਥੇ ਜਾਣ, ਬਹਿਣ, ਉਹਨਾਂ ਕੋਲ ਸਮਝਾਉਣ, ਇਹ ਮੋਦੀ ਸਾਹਿਬ ਸਮਝਾਉਣ ਇਹ ਕਿੱਦਾਂ ਵਧੀਆ। ਉਹ ਜਿਹੜੇ ਉਹ ਚਿੱਟੇ ਕਾਲਰਾਂ ਵਾਲੇ ਬੰਦੇ, ਮੈਂ ਉਹਨਾਂ ਨੂੰ ਕਹਿੰਦੇ ਆ, ਜਿਹੜੇ ਉੱਥੇ ਅਫਸਰ ਬੈਠੇ ਹੁੰਦੇ ਕੁਰਸੀਆਂ ਦੇ, ਜਿਨ੍ਹਾਂ ਨੂੰ ਪਤਾ ਨਹੀਂ ਝੋਨਾ ਕਿੱਦਾਂ ਬੀਜੀਦਾ, ਖੇਤ ਕਿੱਦਾਂ ਚੋਈਦੇ ਆ, ਇਹ ਜ਼ਮੀਨ ਨੂੰ ਕਿੱਦਾਂ ਉਪਜਾਊ ਕਰੀਦਾ। ਉਹ ਸਿਰਫ ਆਪਣੇ ਕਾਗਜ਼ਾਂ ਦੇ ਕਾਨੂੰਨ ਬਣਾਈ ਜਾ ਰਹੇ ਆ ਹੈ। ਜ਼ਮੀਨਾਂ ਦੇ ਕਰੀ ਜਾਂਦੇ ਆ ਜੀ, ਮੋਦੀ ਅੰਬਾਨੀ ਨੂੰ ਫਾਇਦਾ ਦਿਵਾਉਣ ਵਾਸਤੇ ਬਸ ਕਰੀ ਜਾਂਦੇ ਆ। ਇਹ ਚੀਜ਼ਾਂ ਨੂੰ ਪਹਿਲਾਂ ਦੇਖੋ ਕਿ ਵਾਕਈ ਗਰੀਬ ਤੇ ਕੀ ਅਸਰ ਹੋਊਗਾ, ਕਿਸਾਨ ਤੇ ਕੀ ਅਸਰ ਹੋਏਗਾ। ਇਹ ਚੀਜ਼ਾਂ ਨੂੰ ਸਮਝਣ ਦੀ ਲੋੜ ਆ। ਜਿਨ੍ਹਾਂ ਦੇ ਕਰੇ ਮੋਦੀ ਸਰਕਾਰ, ਇਹ ਕਿਸਾਨ ਨੂੰ ਸਮਝਣ ਦੀ ਲੋੜ ਹੈਗੀ ਆ। ਜੇ ਨਹੀਂ ਸਮਝੇਗੀ ਤੇ ਬੜਾ ਪਛਤਾਏਗੀ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੋਦੀ ਸਰਕਾਰ ਨੂੰ ਬੜੀ ਵੱਡੀ ਚੀਜ਼ਾਂ ਭੁਗਤਣੀਆਂ ਪੈ ਸਕਦੀਆਂ। ਗੱਲ ਕਰੀਏ ਅਜੇ ਜੀ, ਤੁਸੀਂ ਗੱਲ ਕੀਤੀ ਆ ਕਿਸਾਨਾਂ ਦੀ, ਉੱਥੇ ਤੁਸੀਂ ਕਾਂਗਰਸੀ ਆਗੂ ਵੀ ਹੋ, ਪਰ ਤੁਹਾਡੇ ਕਹਿ ਸਕਦੇ ਤੁਹਾਡੇ ਜਿਹੜੇ ਵੱਡੇ ਲੀਡਰ ਨੇ ਰਾਹੁਲ ਗਾਂਧੀ, ਪਿਛਲੀ ਦਿਨੀ ਪੰਜਾਬ ਵੀ ਫੇਰੀ ਤੋਂ ਆਏ ਸੀ ਅਤੇ ਉਹਨਾਂ ਨੇ ਪੰਜਾਬ ਦਾ ਪੁੱਤਰ ਕਿਹਾ ਸੀ ਆਪਣੇ ਆਪ ਨੂੰ, ਅਤੇ ਟਰੈਕਟਰ ਰੈਲੀ ਕੀਤੀ ਗਈ ਸੀ। ਪਰ ਅੱਜ ਕਹਿ ਸਕਦੇ ਕਿਸਾਨ ਜਿਹੜੇ ਨੇ ਉਹ ਦਿੱਲੀ ਬੈਠ ਗਏ ਨੇ, ਪਰ ਅੱਜ ਜਿਹੜੇ ਆ ਕਿਸਾਨ ਦੇ ਪੁੱਤਰ ਕਹੇ ਜਾਣ ਰਾਹੁਲ ਗਾਂਧੀ ਆ, ਅੱਜ ਦਿਖਾਈ ਨਹੀਂ ਦੇ ਰਹੇ। ਤੁਸੀਂ ਦਿੱਲੀ ਜਾ ਰਹੇ ਹੋ, ਤੇ ਜਿਹੜੇ ਇੱਥੇ ਦਿੱਲੀ ਬੈਠੇ ਨੇ ਕਿ ਰਾਹੁਲ ਗਾਂਧੀ, ਉਹ ਕਿਉਂ ਨਹੀਂ ਕਿਸਾਨਾਂ ਨੂੰ ਮਿਲਦੇ, ਕੀ ਕਾਰਨ ਕੀ ਆ? ਤੁਸੀਂ ਦੇਖੋ, 1-2 ਦਿਨ ਹੋ ਚੁੱਕੇ ਆ ਸਾਡੇ ਕਿਸਾਨਾਂ ਨੂੰ ਉੱਥੇ ਬੈਠੇ। ਉਹਨਾਂ ਦੀਆਂ ਜਿਹੜੀਆਂ ਸਾਰੀਆਂ ਕੋਈ ਸਹੂਲਤਾਂ ਪਾਰਟੀ ਬੇਸ ਤੇ, ਚਾਹੇ ਕੋਈ ਵੀ ਪਾਰਟੀ ਹੋਵੇ, ਆਪਣੇ ਆਪਣੇ ਤਰਫ ਤੇ ਉਹਨਾਂ ਦੇ ਜਗ੍ਹਾ ਜਗ੍ਹਾ 'ਤੇ ਚਾਹ ਪ੍ਰਸਾਦੇ, ਲੰਗਰ ਪ੍ਰਸ਼ਾਦੇ ਉਹਨਾਂ ਦੀ ਤਿਆਰੀਆਂ ਕਰਾ ਰਹੇ ਆ। ਉਹਨਾਂ ਨੂੰ ਕੋਈ ਐਸੀ ਚੀਜ਼ ਦੀ ਘਾਟ ਨਾ ਹੋਵੇ, ਇਸ ਕਰਕੇ ਉਹ ਉਹਨਾਂ ਦੇ ਵਾਸਤੇ ਹਰ ਇੱਕ ਚੀਜ਼ ਨੂੰ, ਮੁੱਦੇ ਨੂੰ ਲੈ ਕੇ, ਤੁਸੀਂ ਇਹ ਦੇਖੋ ਉਹਨਾਂ ਦੇ ਉੱਥੇ ਬੈਠੇ ਆ। ਕਹਿਣ ਦਾ ਮਤਲਬ ਕਿਸਾਨਾਂ ਦੇ ਹੱਕਾਂ ਵਾਸਤੇ, ਕਿਸਾਨਾਂ ਨੇ ਹੀ ਜਿਹੜੀ ਜਥੇਬੰਦੀਆਂ, ਉਹਨਾਂ ਨੇ ਕਿਹਾ ਕਿ ਸਾਡੇ 'ਚ ਕੋਈ ਵੀ ਆ ਕੇ ਲੀਡਰ ਨਾ ਬੈਠੇ, ਤੇ ਜਿਨੇ ਕਿਸਾਨਾਂ ਨੇ ਆਪਣੇ ਕਿਸਾਨੀ ਝੰਡੇ ਦੇ ਅੱਗੇ ਲੈ ਕੇ ਬਹਿਣਾ, ਜਿਹਨੇ ਵੀ ਆਉਣਾ ਸਿਆਸਤਾਂ ਆਪਣੇ ਛੱਡ ਕੇ ਉੱਥੇ ਬਵੋ। ਤੇ ਮੈਂ ਤੇ ਸਾਰੇ ਲੀਡਰਾਂ ਨੂੰ, ਵੱਡੇ ਵੱਡੇ ਸਾਡੇ ਤੋਂ ਲੀਡਰ ਆ, ਚਲੋ ਅਸੀਂ ਤੇ ਇਹੀ ਕਵਾਂਗੇ, ਅਸੀਂ ਤੇ ਪੰਜਾਬ ਨੂੰ ਪੁੱਤ ਹਾਂ, ਤੇ ਪੰਜਾਬੀਆਂ ਵਾਸਤੇ ਅਸੀਂ ਕਹਿ ਰਹੇ ਹਾਂ ਕਿ ਸਾਰੇ ਸਿਆਸਤੀਆਂ ਨੂੰ ਸਿਆਸਤਾਂ ਛੱਡ ਕੇ, ਸਾਰਿਆਂ ਨੂੰ ਸਿਆਸਤਾਂ ਛੱਡ ਕੇ ਅੱਜ ਦੇਸ਼ ਦੇ ਵਾਸਤੇ ਇਹ ਲੋੜ ਆ ਕਿ ਕਿਸਾਨਾਂ ਦੇ ਨਾਲ ਬਹਿਣ ਦੀ, ਤੇ ਕਿਸਾਨਾਂ ਦੇ ਨਾਲ ਸਮਝਣ ਦੀ, ਉਹਨਾਂ ਦੇ ਦੁੱਖ ਵੰਡਾਉਣ ਦੀ। ਇਹ ਇਕੱਲੇ ਪੰਜਾਬ ਦਾ ਮਸਲਾ ਨਹੀਂ ਹੈ, ਇਹ ਪੂਰੇ ਦੇਸ਼ ਦਾ ਮਸਲਾ ਹੈ। ਕਿ ਅੱਜ ਜੇ ਪੰਜਾਬ ਨੂੰ ਕੁਝ ਇਹ ਭਾਰੂ ਪੈ ਗਈ ਮੋਦੀ ਸਰਕਾਰ, ਤੇ ਕੱਲ ਨੂੰ ਪੂਰੇ ਦੇਸ਼ ਦੇ ਵਿੱਚ ਪਤਾ ਨਹੀਂ ਇਹਨਾਂ ਨੇ ਕਿਹੜੇ ਕਿਹੜੇ ਕਾਨੂੰਨ ਲੈਣੇ ਨੇ ਆ, ਤੇ ਉਹ ਕੁਝ ਰੱਦ ਨਹੀਂ ਕਰਾ ਸਕਦੇ। ਤੇ ਇਸ ਕਰਕੇ ਸਾਰੇ ਸਿਆਸਤੀਆਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਵੀ ਕਰਦੇ ਹਾਂ, ਤੇ ਚਾਹੇ ਰਾਹੁਲ ਗਾਂਧੀ ਜੀ ਆ, ਚਾਹੇ ਕੋਈ ਵੀ ਪਾਰਟੀ ਸਿਆਸਤ ਆ, ਚਾਹੇ ਕੋਈ ਵੀ ਆ, ਇਹਨਾਂ ਦੇ ਨਾਲ ਆਪਾਂ ਹਮਦਰਦੀ ਕਰੀਏ, ਇਹਨਾਂ ਦੇ ਨਾਲ ਸਾਥ ਦਈਏ, ਤੇ ਉਹ ਦੇ ਵੀ ਰਹੇ ਆ। ਸਾਡੇ ਉੱਥੇ ਕਾਂਗਰਸੀ ਕਾਰਜਕਰਤਾ ਜਿਨ੍ਹਾਂ ਨੂੰ ਆਰਡਰ ਮਿਲ ਗਏ ਆ, ਉਹ ਕੰਬਲ ਆਪਣੇ ਤੌਰ 'ਤੇ ਜਿੰਨੇ ਵੀ ਆ ਉੱਥੇ ਪਹੁੰਚਾ ਰਹੇ ਆ। ਜਿਹੜੇ ਕਿਸਾਨਾਂ ਵਿਚਾਰੇ ਠੰਡਾ ਵਿੱਚ ਬੈਠੇ ਆ, ਉਹਨਾਂ ਨੂੰ ਆਪਣੇ ਤੌਰ 'ਤੇ ਕੰਬਲ ਦੀ ਸੇਵਾ ਕਰ ਰਹੇ ਆ, ਕੋਈ ਚਾਹ ਪ੍ਰਸ਼ਾਦ ਦੀ ਸੇਵਾ ਕਰ ਰਹੇ ਆ। ਮਗਰ ਜਿੰਨੀ ਵੀ ਹੋ ਸਕੇਗੀ ਇਹ ਸੇਵਾ ਸਾਰੇ ਹੀ ਕਰ ਰਹੇ ਆ। ਜਿੱਥੇ ਜਿੱਥੇ ਵੀ ਕਿਸਾਨ ਲੰਘ ਰਹੇ ਆ, ਹਰਿਆਣੇ 'ਚ ਵੇਖ ਲਓ, ਹਰਿਆਣੇ ਦੇ ਵਿੱਚ ਵੀ ਜਿਹੜੇ ਕਾਂਗਰਸ ਪਾਰਟੀ ਦੇ ਬੰਦੇ ਸੀ, MLA ਸੀ, ਕੋਈ ਵੀ ਲਾ ਲਓ, ਆਪਣੇ ਪ੍ਰਧਾਨ ਸੀ ਪਾਰਟੀ ਬਾਜੀ, ਉਹਨਾਂ ਨੇ ਵੀ ਜਾ ਕੇ ਉਹਨਾਂ ਨੂੰ ਕਿਹਾ ਕਿ ਜਦੋਂ ਵੀ ਜੇ ਕਿਤੇ ਬਾਈ ਦੇ ਸਾਡੀ ਸਰਕਾਰ ਆਂਦੀ ਆ, ਸਭ ਤੋਂ ਪਹਿਲਾਂ ਜੇ ਇਹ ਕਾਨੂੰਨ ਇਹ ਤੁਹਾਡੇ ਸਭ ਤੋਂ ਪਹਿਲਾਂ ਰੱਦ ਕੀਤੇ ਜਾਣਗੇ, ਇਹਨਾਂ ਨੂੰ ਖਤਮ ਕੀਤਾ ਜਾਏਗਾ। ਗੱਲ ਕਰੀਏ ਅਜੇ ਜੀ, ਜਿੱਥੇ ਤੁਸੀਂ ਕਿਹਾ ਵੀ ਵੱਖ-ਵੱਖ ਪਾਰਟੀਆਂ ਵਾਲੇ ਤੁਹਾਡੀ ਕਾਂਗਰਸ ਆਗੂ ਜਿਹੜੇ ਨੇ ਉੱਥੇ ਜਿਹੜਾ ਕਿਸਾਨਾਂ ਵਾਸਤੇ ਰਾਸ਼ਨ ਪਾਣੀ ਲੈ ਕੇ ਪਹੁੰਚੇ ਨੇ, ਉੱਥੇ ਜਿਹੜੇ ਆਮ ਪਾਰਟੀ ਵੱਲੋਂ ਕਿਹਾ ਜਾਂਦਾ ਵੀ ਸਾਡੇ ਵੱਲੋਂ ਵੀ ਜਿਹੜਾ ਲੰਗਰ ਪਾਣੀ ਵਰਤਾਇਆ ਗਿਆ ਵਾ, ਉੱਥੇ ਜਿਹੜੀ ਗੱਲ ਕਰੀਏ ਅਕਾਲੀ ਦਲ ਦੀ, ਉਹਨਾਂ ਵੱਲੋਂ ਕਿਹਾ ਵੀ ਸਾਡੇ ਵੱਲੋਂ ਜਿਹੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਉੱਥੇ ਲੰਗਰ ਵਰਤਾਇਆ ਗਿਆ ਵਾ। ਕੀ ਕਹਿਣਾ ਚਾਹੁੰਦੇ ਇਸ ਬਾਰੇ? ਦੇਖੋ ਜੀ, ਜਿਸ ਤਰ੍ਹਾਂ ਇੱਕ ਗੁਰਦੁਆਰਾ, ਮੰਦਿਰ, ਮਸਜਿਦ ਕੋਈ ਵੀ ਜਾ ਕੇ ਮੱਥਾ ਟੇਕ ਸਕਦਾ, ਅਸੀਂ ਟੇਕਦੇ ਨਾ, ਉੱਥੇ ਕਿਸੇ ਨੂੰ ਕੋਈ ਰੋਕ ਟੋਕ ਤੇ ਨਹੀਂ ਹੁੰਦੀ ਨਾ, ਕੋਈ ਵੀ ਜਾ ਸਕਦਾ। ਤੇ ਇਸ ਤਰ੍ਹਾਂ ਹੀ ਇਹ ਕਿਸਾਨ ਸਾਡੇ ਅੰਨਦਾਤਾ ਹੈ, ਰੱਬ ਦਾ ਰੂਪ ਆ। ਇਹਨਾਂ ਦੀ ਮਦਦ ਕਰਨ ਵਾਸਤੇ ਕੋਈ ਵੀ ਸਿਆਸੀ ਪਾਰਟੀ ਜਾ ਸਕਦੀ ਆ, ਕਿਸੇ ਨੂੰ ਕੋਈ ਰੋਕ ਟੋਕ ਨਹੀਂ ਆ। ਉਹਨਾਂ ਨੇ ਕਿਸੇ ਨੂੰ ਭਜਾ ਨਹੀਂ ਦੇਣਾ, ਕੋਈ ਵੀ ਉਹਨਾਂ ਦੀ ਹੱਕਾਂ ਵਾਸਤੇ ਲੜ ਸਕਦਾ, ਉਹਨਾਂ ਦੀ ਸੇਵਾ ਕਰ ਸਕਦਾ, ਉਹਨਾਂ ਦੀ ਮਦਦ ਕਰ ਸਕਦਾ। ਇਹ ਸੇਵਾ ਦਾ ਭਾਵ ਦਾ ਕੰਮ ਆ, ਇਹ ਆਪਾਂ ਦੇਸ਼ ਨੂੰ ਬਚਾਉਣਾ ਆ, ਇਹ ਤਾਨਾ ਸਹੀ ਸਰਕਾਰ ਤੋਂ। ਤੇ ਇਸ ਕਰਕੇ ਅਸੀਂ ਕਿਸੇ ਵੀ ਪਾਰਟੀ ਨੂੰ ਇਹ ਨਹੀਂ ਕਹਿੰਦੇ ਕਿ ਤੁਸੀਂ ਨਾ ਜਾਓ, ਸਭ ਦਾ ਹੱਕ ਬਣਦਾ ਸਿਆਸਤ ਤੋਂ ਉੱਠ ਕੇ ਅਸੀਂ ਇਸ ਕਿਸਾਨਾਂ ਦੇ ਨਾਲ ਖਲੋਈਏ, ਇਹਨਾਂ ਦੀਆਂ ਜਿਹੜੀਆਂ ਪੱਗਾਂ, ਇਹਨਾਂ ਦੀ ਇੱਜ਼ਤਾਂ ਬਚਾਈਏ। ਮਾਵਾਂ ਤੇ ਭੈਣਾਂ ਦੀਆਂ ਜਿਹੜੀਆਂ ਇੱਜ਼ਤਾਂ ਇਹ ਰੋਲਣਾ ਚਾਹੁੰਦੇ ਆ, ਉਹਨਾਂ ਨੂੰ ਬਚਾਈਏ, ਜਿਹੜਾ ਕਿ ਬੱਚਿਆਂ ਦਾ ਹੱਕ ਵੀ ਆ ਤੇ ਫਰਜ਼ ਵੀ ਆ, ਤੇ ਉਹ ਫਰਜ਼ ਅਸੀਂ
ਨਿਭਾਉਣਾ ਚਾਹੁੰਦੇ ਆ। ਤੇ ਅਸੀਂ ਕਹਿੰਦੇ ਕਿ ਸਾਰੇ ਜਿਹੜੇ ਵੀ ਦੇਸ਼ 'ਚ ਜਿੱਥੇ ਮਰਜ਼ੀ ਬੈਠੇ ਆ, ਇਹ ਭਾਵੇਂ ਬਾਹਰ ਕੈਨੇਡਾ ਫੋਰਨ ਜਿੱਥੇ ਮਰਜ਼ੀ ਅਮਰੀਕਾ 'ਚ ਬੈਠੇ ਆ, ਉਹ ਸਾਰੇ ਹੀ ਆਪਣੇ ਤੌਰ ਤੇ ਕਿਸਾਨਾਂ ਦੀ ਮਦਦ ਕਰ ਰਹੇ ਆ। ਤੇ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗਾ, ਬੇਹਿੰਮਤੇ ਨੇ ਲੋਕ ਜਿਹੜੇ ਬਹਿ ਕੇ ਸ਼ਿਕਵਾ ਕਰਨ ਆਪਣੇ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ, ਮੰਜ਼ਿਲ ਦੇ ਉੱਤੇ ਲੱਗਦੀ ਉਹਨਾਂ ਦੀ, ਜਿਹੜੇ ਘਰੋਂ ਬਣਾ ਕੇ ਤੁਰਦੇ ਨਕਸ਼ਾ ਆਪਣੇ ਸਫ਼ਰਾਂ ਦਾ। ਕਿ ਜਿਹੜੇ ਸਾਡੇ ਪੰਜਾਬੀ ਭਰਾ ਹੀ ਅੱਜ ਘਰੋਂ ਬਣਾ ਕੇ ਜਿਹੜਾ ਨਕਸ਼ਾ ਲੈ ਕੇ ਗਏ ਆ, ਤੇ ਅੱਜ ਦਿੱਲੀ ਦੇ ਵਿੱਚ ਉਹਨਾਂ ਦੀ ਛਾਤੀ ਦੇ ਹਿੱਕ ਦੇ ਉੱਤੇ ਬੈਠੇ ਪਏ ਆ, ਤੇ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਆਣਗੇ। ਗੱਲ ਕਰੀਏ ਜੀ, ਤੁਸੀਂ ਇੰਨੀ ਗੱਲ ਕੀਤੀ ਆ, ਉੱਥੇ ਹੀ ਨੌਜਵਾਨਾਂ ਨੂੰ, ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਜਿਹੜੇ ਵੀ ਕਿਹਾ ਜਾਂਦਾ ਵੀ ਇਹ ਨਸ਼ੇੜੀ ਆ। ਉੜਤਾ ਪੰਜਾਬ ਦੇ ਫਿਲਮ ਫਰਮਾਈ ਗਈ ਸੀ, ਉਹ 'ਚ ਦਿਖਾਇਆ ਗਿਆ ਸੀ ਪੰਜਾਬ ਦਾ ਮਾਹੌਲ, ਕਿਸ ਤਰ੍ਹਾਂ ਜਿਹੜੇ ਪੰਜਾਬੀਆਂ ਨੂੰ ਬਦਨਾਮ ਕੀਤਾ ਗਿਆ ਸੀ ਵੀ ਕਿਸ ਤਰ੍ਹਾਂ ਨਸ਼ਾ ਕਰਦੇ ਨੇ। ਪਰ ਪੰਜਾਬੀ ਜਿਹੜੇ ਜਿਹੜੇ ਨੌਜਵਾਨ ਨੇ, ਜਿਹੜੀ ਵੱਡੀ ਤਾਦਾਦ ਵਿੱਚ ਅੱਜ ਧਰਨਾ ਪ੍ਰਦਰਸ਼ਨ 'ਚ ਪਹੁੰਚੇ ਨੇ, ਉੱਥੇ ਦਿੱਲੀ ਦੀ ਇੱਟ ਖੜਕਾ ਰਹੇ ਨੇ। ਕੀ ਲੱਗਦਾ ਵੀ ਜੇ ਨਸ਼ੇੜੀ ਹੁੰਦੇ ਤੇ ਇਸ ਤਰ੍ਹਾਂ ਠੰਡ ਵਿੱਚ ਜਾ ਕੇ ਪਾਣੀ ਦੀਆਂ ਵਰਖਾ ਆਪਣੇ ਵਹਾਉਂਦੇ, ਕਿਸ ਤਰ੍ਹਾਂ ਪੱਥਰ ਚੁੱਕ ਮਾਰਦੇ? ਕੀ ਲੱਗਦਾ ਸੀ ਇਹ ਨਸ਼ੇੜੀ ਬੰਦੇ ਕੰਮ ਹੈ? ਦੇਖੋ ਜੀ, ਸਾਡੇ ਜਿਹੜੇ ਗੁਰੂਆਂ ਨੇ ਨਾ, ਗੁਰੂਆਂ ਪੀਰਾਂ ਨੇ ਸਾਡੇ ਪੰਜਾਬੀਆਂ ਨੂੰ ਇਹੀ ਦੱਸਿਆ ਕਿ ਜਿਹੜੇ ਤੁਹਾਨੂੰ ਸਿਰ ਦੇ ਰਹੇ ਨਾ, ਇਹ ਜਾਂ ਤੇ ਇਹ ਆਰੀਆਂ ਲੀਆਂ ਤੇ ਜਾਂ ਇਹ ਸਰਦਾਰੀਆਂ ਲੀਆਂ। ਇਹ ਤੁਹਾਡੇ ਹੱਕ ਵਿੱਚ ਹੈਗਾ ਕਿ ਤੁਸੀਂ ਹੁਣ ਆਰੀਆਂ ਨਾ ਕੱਢਣਾ ਕਿ ਸਰਦਾਰੀਆਂ ਲੈਣੀਆਂ। ਤੇ ਕਹਿਣ ਦਾ ਮਤਲਬ ਕਿ ਜੇ ਹੁਣ ਸਾਡੇ ਨਾਲ ਕੋਈ ਧੱਕਾ ਕਰ ਰਿਹਾ, ਤੇ ਜੇ ਉਹੀ ਧੱਕੇ ਦਾ ਜਵਾਬ ਵੀ ਨਾ ਦਈਏ, ਤੇ ਜੇ ਆਪਾਂ ਉੱਥੇ ਜਾਈਏ ਵੀ ਨਾ, ਤੇ ਫਿਰ ਅਸੀਂ ਸਰਦਾਰ ਨਹੀਂ ਕਹਿਲਾਂਦੇ। ਤੇ ਇਸ ਕਰਕੇ ਸਾਡੇ ਜਿਹੜੇ ਸਿੱਖ ਭਰਾ ਆ, ਹਿੰਦੂ ਭਰਾ ਆ, 9 ਮਾਸ ਦਾ ਰਿਸ਼ਤਾ ਆ, ਇਹ ਸਾਰੇ ਹੀ ਆ। ਜ਼ਰੂਰੀ ਨਹੀਂ ਕਿ ਇਹ ਸਿੱਖਾਂ ਦੀ ਆਪਣਾ ਜ਼ਮੀਨਾਂ ਆ ਤੇ ਹਿੰਦੂਆਂ ਦੀ ਵੀ ਹੈਗੀਆਂ, ਸਾਰਿਆਂ ਦੀ ਹੈਗੀਆਂ, ਮੁਸਲਮਾਨਾਂ ਦੀ ਵੀ ਹੈਗੀਆਂ। ਇਹ ਸਾਰੇ ਕਿਸਾਨਾਂ ਦਾ ਮਸਲਾ ਆ, ਨਾ ਕਿ ਇੱਕ ਧਰਮ ਜਾਤ ਦਾ ਮਸਲਾ ਆ। ਤੇ ਇਸ ਕਰਕੇ ਇਹ ਸਾਰਿਆਂ ਨੂੰ ਜੋ ਵੀ ਕੀਤਾ ਇਹਨਾਂ ਨੇ, ਤਾਂ ਤੁਹਾਨੂੰ ਪਤਾ ਆ ਕਿ ਕਿੱਦਾਂ ਭੁਆਂ ਇਹਨਾਂ ਨੇ ਬੈਰੀਅਰ ਠਾ ਮਾਰੇ, ਜਿਸ ਤਰ੍ਹਾਂ ਮਰਜ਼ੀ ਨਾਲ ਰੱਖੇ, ਕਿਸ ਤਰ੍ਹਾਂ ਪੱਥਰ ਚੱਕ ਕੇ ਇਹਨਾਂ ਨੇ ਭੁਆਂ ਮਾਰੇ, ਕਿਸ ਤਰ੍ਹਾਂ ਪੁਲਿਸ ਦੇ ਨਾਲ ਇਹਨਾਂ ਨੇ ਕੀਤਾ। ਮਗਰ ਪੁਲਿਸ ਨੂੰ ਇਹਨਾਂ ਨੇ ਕੁਛ ਕਿਹਾ ਨਹੀਂ, ਡਾਂਗਾ ਵੀ ਖਾਦੀਆਂ, ਮਗਰ ਆਪਣੇ ਸ਼ਾਂਤੀਪੂਰਵਕ ਦੇ ਨਾਲ ਚੱਲੀ ਗਏ, ਆਪਣੇ ਟਰੈਕਟਰ ਟਰਾਲੀਆਂ ਲੰਘਾਉਂਦੇ ਗਏ, ਆਪਣਾ ਪੈਟਰੋਲ, ਆਪਣਾ ਰਾਸ਼ਨ ਵਗੈਰਾ ਸਾਰਾ ਕੁਝ ਇਹ ਨਾਲ ਲਿਜਾਂਦੇ ਗਏ। ਮਗਰ ਮੋਦੀ ਸਾਹਿਬ, ਤੁਸੀਂ ਤੇ ਉਹਨਾਂ ਦੇ ਪਾਣੀ ਦੀਆਂ ਬੁਸ਼ਾਰਾਂ ਕਰਤੀਆਂ, ਠੰਡੇ ਦੀਆਂ 70 ਸਾਲ ਦੇ ਬਜ਼ੁਰਗਾਂ ਦੇ ਠੰਡੇ ਪਾਣੀ ਦੀਆਂ। ਤੁਹਾਡੇ ਕੋਲ ਤੇ ਇੰਨੇ ਸੂਟ ਪਏ ਆ, ਸੂਟ ਕੇਸ ਕੋਲ ਪਿਆ ਆ, ਤਾਂ ਤੁਸੀਂ ਤੇ ਆਪਣੇ ਬਦਲ ਲਓਗੇ। ਤੁਸੀਂ ਇੱਕ ਦਿਨ ਵੀ ਠੰਡ ਦੇ ਵਿੱਚ ਉਹਨਾਂ ਨਾਲ ਬਹਿ ਕੇ ਦਿਖਾਓ ਤੇ ਤੁਹਾਨੂੰ ਮੰਨ ਜੀਏ। ਤਾਂ ਤੁਸੀਂ ਉਸ 70 ਸਾਲ ਦੇ ਬਜ਼ੁਰਗਾਂ ਨੂੰ ਡਾਂਗਾ ਮਾਰੀਆਂ, ਕਿਸੇ ਦੀ ਅੱਖ ਫੋੜੀ, ਤੁਸੀਂ ਉਹਨਾਂ ਨੂੰ ਠੰਡਾ 'ਚ ਪਾਣੀ ਪਾਇਆ, ਉਹ ਤਰ੍ਹਾਂ ਹੀ ਗਿੱਲੇ ਨਿਚੜੇ ਸਿੱਧਾ ਜਾਂਦੇ ਰਹੇ ਦਿੱਲੀ ਵੱਲ ਨੂੰ। ਉਹਨਾਂ ਦੇ ਅੰਦਰ ਜਨੂਨ ਸੀ, ਮਗਰ ਉਹ ਜਨੂਨ ਕਾਮਯਾਬ ਹੋ ਗਿਆ ਤੇ ਦਿੱਲੀ ਦੀ ਹਿੱਕ ਦੇ ਉੱਤੇ ਉਹ ਬੈਠ ਗਏ। ਇਸੀ ਨਾਲ ਗੱਲਬਾਤ ਕੀਤੀ ਜਿਹੜੇ ਕਿ ਕਾਂਗਰਸ ਵਾਗੇ ਜਿਹੜੇ ਨੌਜਵਾਨ ਨੇ, ਅਤੇ ਉਸ ਨੇ ਵੱਧ ਤੋਂ ਵੱਧ ਬੜੇ ਮੋਦੀ ਸਰਕਾਰ ਨੂੰ ਅਤੇ ਖੱਟਰ ਸਰਕਾਰ ਨੂੰ ਕਾਢੀ ਹੱਥੀ ਲਿਆ, ਅਤੇ ਉਹਨਾਂ ਕਿਹਾ ਵੀ ਪੰਜਾਬੀ ਜਿਹੜੇ ਨੇ ਆਪਣੀ ਜਿਹੜੀ ਆ ਜਿੱਦ ਜਿਹੜੀ ਕਹਿ ਸਕਦੇ ਆ ਉਹ ਪਕਾ ਕੇ ਰਹਿਣਗੇ। ਅਗਰ ਮੋਦੀ ਸਰਕਾਰ ਨੂੰ ਇੱਕ ਵਾਰ ਫਿਰ ਤੋਂ ਜਿਹੜਾ ਝੁਕਣਾ ਹੀ ਪਏਗਾ, ਕਿਉਂਕਿ ਜਿਹੜੇ ਕਾਨੂੰਨ ਜਿਹੜੇ ਨੇ ਸਾਡੇ ਤੇ ਪੰਜਾਬੀਆਂ ਨੇ ਲਾਗੂ ਕਰ ਦਿੱਤੇ ਨੇ, ਉਹ ਤਾਨਾਸ਼ਾਹੀ ਕਾਨੂੰਨ ਨੇ। ਇਸ ਕਰਕੇ ਮੋਦੀ ਸਰਕਾਰ ਨੂੰ ਉਹਨਾਂ ਕਿਹਾ ਵੀ ਤੂੰ ਪੰਜਾਬੀਆਂ ਨਾਲ ਪੰਗਾ ਨਾ, ਅਤੇ ਗਲਤ ਪੰਗਾ ਲੈ ਲਿਆ ਵਾ। ਇਸ ਕਰਕੇ ਜਿਹੜੇ ਕਾਨੂੰਨ ਨੇ ਉਹ ਰੱਦ ਕਰ ਦੇ, ਨਹੀਂ ਤਾਂ ਦਿੱਲੀ ਦੀ ਇੱਟ ਖੜਕਾ ਦੇਣਗੇ। ਅੰਮ੍ਰਿਤਸਰ ਤੋਂ ਪ੍ਰਾਈਮ ਦੇ ਲਈ ਹਰਜੀਤ ਗਰੇਵਾਲ ਦੀ ਖਾਸ ਰਿਪੋਰਟ।